प्रीतम प्यारा प्रीतम प्यारा प्रीतम प्यारा प्रीतम प्यारा कोई जाना हर स्यों देवै जोर चरण गो बको सुभ रसना दीजै प्राण कोर मन तन निर्मल करत कियारो हर सिंचै सदा संजोर प्यारस में मगन होत कृपा ते मां बिकिया ते तोर आयो शरण दीन दुख भंजन जित बहुत मरे और अपाय पददान समर्थ स्वामी को प्रभु नानक बंदन शोर कोई आन के मिलावे प्रीतम प्यारे ऐसा मन बार कोई आन के मिलावे प्रीतम प्यारे मन बार तन मन जी वार दया तन मन जी वार दया कोई आन के मिलावे प्रीतम प्यारे नू मैं तन मन वार दया कोई आन के मिलावे प्रीतम प्यारे नू तन मन वार दया तै साहिब की बात जे आखे कहो नानक क्या दीजै सीस वड्डे कर बैसण दीजै बिन सिर सेव करीजै
सतनाम श्री वाहिगुरु साहिब जी। सतनाम श्री वाहिगुरु साहिब जी। तुद आगी अरदास हमारी, जियो पिंड सब तेरा। कहो नानक सब तेरी वड्याई, कोई नाम न जाने मेरा। जेता जियो पिंड सब तेरा, तू अंतरजामी पुरख भगवान। दासन दास कह जन नानक, जेहा तू कराए तेहा करी बख्यान। तेरी पने खुदाई तू बख्शंदगी। शेख फरीद खैर दीजै बंदगी। मैनू खैर बंदगी दा पा दियो। शेख फरीद नो खैर बंदगी दा पा दियो। शेख फरीद नो बंदगी दा पा दियो। शेख फरीद नो खैर 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 बंदगी दा पा दियो। शेख फरीद मैनू खैर बंदगी दा पा दियो। शेख फरीद नो शेख जी 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 फरीद नो शेख जी
ਸੇਖ ਜੀ ਫਰੀਦੇ ਨੂੰ ਸੇਖ ਜੀ ਫਰੀਦੇ ਨੂੰ ਸੇਖ ਜੀ ਫਰੀਦੇ ਨੂੰ ਸੇਖ ਜੀ ਫਰੀਦੇ ਨੂੰ ਓ ਸੇਖ ਜੀ ਫਰੀਦੇ ਨੂੰ ਖੈਰ ਬੰਦਗੀ ਦਾ ਪਾ ਦਿਓ ਸੇਖ 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 ਫਰੀਦੇ ਨੂੰ ਸੇਖ ਫਰੀਦੇ ਨੂੰ ਖੈਰ ਬੰਦਗੀ ਦਾ ਪਾ ਦਿਓ ਸੇਖ ਫਰੀਦੇ ਨੂੰ ਤੇਰੀ ਬਨੇ ਖੁਦਾਏ ਤੂੰ ਬਖਸ਼ੰਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਫਿਰਦਾ ਫਿਰਦਾ ਜੀ ਦਵਾਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦਵਾਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਫਿਰਦਾ ਮੈਂ ਦੁਆਰੇ ਤੇਰੇ ਆ ਗਿਆ ਆਪਣੀ ਭਗਤੀ ਲਾ ਲੈ ਮਾਲਕਾ ਆਪਣੀ ਭਗਤੀ ਜੀ ਲਾ ਲੈ ਮਾਲਕਾ ਆਪਣੀ ਭਗਤੀ ਜੀ ਲਾਲੀ ਮਾਲਕਾ ਆਪਣੀ ਭਗਤੀ ਜੀ ਲਾਲੀ ਮਾਲਕਾ
सानू अपनी भगती जी लाली मालका। सानू अपनी भगती जी लाली मालका। अपनी भगती जी लाली मालका। अपनी भगती जी लाली मालका। ओ अपनी भगती जी लाली मालका। तू अपनी भगती जी लाली मालका। सानू अपनी भगती जी लाली मालका। फिरदा मैं दोबारे तेरे आ गया, दोबारे तेरे आ गया। अपनी भगती लाली मालका। फिरदा फिरदा मैं दोबारे तेरे आ गया। अपनी भगती लाली मालका। फिरदा मैं दुआरे तेरे आ गया। अपनी भगती लाली मालका। फिरदा मैं दुआरे तेरे आ गया। अपनी भगती लाली मालका। भगती लाली मालका। फिरदा मैं दुआरे तेरे आ गया। अपनी भगती लाली मालका। फिरत फिरत प्रव्या परया तो शरणाए। नानक की प्रभ बेनती अपनी भगती लाए। परम सत्कार। गुरु रूप गुरु खालसा साध संगत जितने आप गुरु चरणों ਦੇ ਵਿੱਚ ਪਹੁੰਚੇ ਹੋ, बहुत ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਨੇ ਮਹਾਨ ਬਖਸ਼ਾਂ ਕੀਤੀਆਂ। ਮਹਾਂਪੁਰਖਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦੇ ਹਾਂ। ਕਈ ਰੋਜ਼ ਤੋਂ ਲੈ ਕੇ ਸ੍ਰੀ ਗੁਰੂ ਮਹਾਰਾਜ ਦੇ ਅਖੰਡ ਪਾਠਾਂ ਦੀ ਲੜੀ ਪ੍ਰਾਰੰਭ ਹੈ, ਜੋ ਕੱਲ੍ਹ ਨੂੰ ਪਵਿੱਤਰ ਪੂਰਨਮਾਸ਼ੀ ਦਾ ਦਿਹਾੜਾ ਆਪਣੇ ਗੁਰੂ ਘਰ ਹਰ ਮਹੀਨੇ ਮਨਾਇਆ ਜਾਂਦਾ ਹੈ। ਅੱਜ ਮੱਧ ਰਾਤਰੀ ਮੁੱਖ ਰੱਖਦਿਆਂ ਹੋਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਆਪਾਂ ਨੂੰ ਅਸ ਭਾਗ ਪ੍ਰਾਪਤ ਹੋਏ ਆ। ਆਪ ਜੀਆਂ ਨੇ ਗੁਰੂ ਸਿੱਖਾਂ ਦੇ ਦਰਸ਼ਨਾਂ ਤੋਂ ਹਰ ਪਰਮੇਸ਼ਰ ਦੇ ਨਾਮ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲ ਬਣਾ ਰਹੇ ਸੀ। ਜੋ ਬਾਕੀ ਸਮਾਂ ਰਹਿੰਦਾ ਹੈ ਇਹ ਵੀ ਸਤਿਗੁਰਾਂ ਦੇ ਭੈ ਸਤਿਕਾਰ ਨੂੰ ਮੁੱਖ ਰੱਖਦਿਆਂ ਗੁਰੂ ਚਰਨਾਂ ਦੇ ਵਿੱਚ ਆਪਣੀਆਂ ਮਨੋਂ ਬਿਰਤੀਆਂ ਕਾਗਰ ਕਰਦੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਫਰਮਾਨ ਕਰਦੇ ਫਿਰਤ ਫਿਰਤ ਪ੍ਰਭ ਆਇਆ ਪਰਿਆਂ ਤੋਂ ਸ਼ਰਨ ਆਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ ਜੀ ਮੈਂ ਦਰ ਦਰ ਤੇ ਫਿਰਦਾ ਹੋਇਆ ਆਵੇ ਚਰਨ ਸ਼ਰਨ ਵਿੱਚ ਆਇਆ। ਕਿਰਪਾ ਕਰਕੇ ਆਪਣੇ ਨਾਮਦਾਨ ਦੇ ਨਾਲ ਜੋੜ ਕੇ ਸਾਡਾ ਜਿਹੜਾ ਜੀਵਨ ਇਹਨੂੰ ਸਫਲਾ ਕਰ ਦਿਓ। ਬਾਬਾ ਫਰੀਦ ਜੀਆਂ ਨੇ ਵੀ ਅੱਲਾਹ ਤਾਲਾ ਦੇ ਅੱਗੇ ਇਹੀ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਸਾਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ। ਜਿਹੜਾ ਤੇਰਾ ਦਰ ਹੈ, ਜਿਹੜਾ ਤੇਰਾ ਘਰ ਹੈ, ਇਹ ਜੀਵਾਂ ਦੀਆਂ ਇੱਛਾ ਪੂਰਕ ਵਾਲਾ ਹੈ। ਜੈਸੀ ਕੋਈ ਇੱਛਾ ਲੈ ਕੇ ਆਉਂਦਾ, ਸ਼ਰਧਾ ਲੈ ਕੇ ਆਉਂਦਾ ਤੇਰੇ ਦਰ 'ਤੇ, ਉਹ ਉਸੇ ਹੀ ਇੱਛਾ ਪ੍ਰਾਪਤ ਫਲ ਕਰਕੇ ਤੇਰੇ ਦਰ ਤੋਂ ਜਾਂਦਾ ਹੈ।
मेरे मन की भावना है, मेरे मन की श्रद्धा है, बस तेरी पने खुदाई तू बख्शंदगी। शेख फरीदा खैर दीजै बंदगी तो बख्शा करन वाला है। मेरी बुद्धि रूपी झोली दे विच अल्लाह ताला एक बंदगी की खैर पा दिओ। जैसी मंग आपां मंगांगे परमेश्वर दे कोलों, ਉਹ ਮੰਗ ਅਵश्य ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਹੈ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਇਹ ਆਪਣੀ ਆਪਣੀ ਮਨ ਦੀ ਖਿਫਾਸ਼ ਦੀ ਮੁਤਾਬਕ ਕੋਈ ਕੁਛ ਮੰਗਦਾ ਹੈ, ਕੋਈ ਕੁਛ ਮੰਗਦਾ ਹੈ। पर जैसी किसी ने अंदर भावना भुख होंदी वो चीज़ मंगनी है ना। आपा लोगों को दुनियावी भुखा ने वो चाहिदा, वो चाहिदा जी, वो चाहिदा, पर रब दे प्यारे रब दे कोलों कुछ नहीं मंगते होर। बिन तुद होर जे मंगना सिर दुखां के दुख, दे नाम संतोखिया उतरे मन की भुख। सतगुरु पातशाह जी बचन देखो, गुरु पंजवें पातशाह की कीडी अंदर तांग है, बिसर नाही दातार, अपना नाम देहो गुण गावा दिन रात, नानक चाओ ये। गुरु महाराज कहते रब दे कोल आपां बस यही मंग मंगनी है कि सच्चे पातशाह मैं तो 84 लाख जौन नूं भोगदा भोगदा आ मनुखा शरीर विच आया, हुण किरपा कर दे, बस हुण मेरा कर दे। किरत कर्म के विछड़े कर कृपा मेलो राम। असीं अपने कीते कर्मां दे अनुसार ते तो विछड़े होए सीगे, हुण तेरी शरण विच आया कर, कृपा करके हुण अपने नाल मेल लो। बस मिलांगे तदी जदों आपां उहदे नाम नाल जुड़ांगे। जे आपां उहदे नाम नाल ना जुड़े फिर मिलाप तां हो सकदी नहीं गवाई। इसी करके बाबा फरीद जियां ने अपने ये शब्द दे विच यही आपां नूं समझाउणा कीता, परमेश्वर दे कोलों मंग लो, बस नाम मंग लो। सब तो वड्डी मंग परमेश्वर दे कोल यही आ। फिर अगों भगत जी कहंदे, दिलो मुहब्बत से जिन सच्चियां, जिन्हां दे अंदरों मुहब्बत होंदी वो सच्चियां दे विच गिणे जांदी है। जिन्हां दे मन विच होर ते मुख ते होर हुंदी है। रहत पातशाह जी प्रमाण करते ने, कहंदे जेड़े जीव दी अंदर दी गल है ना, वो जे बाहर भी उही होवे ते अंदर भी होई होवे फिर तो गुरु नूं भा जांदा है। रहत आवर कछ आबर कमावत, मानी प्रीत मुखो गंढ लावत। सतगुरु पातशाह जी कहंदे मन विच कोई प्रीत नहीं है, कोई यकीन नहीं परमात्मा दे, एवें मुखों गंढा, बस बड़ियां मिठियां गल्लां करदा। जिहड़ा परमेश्वर वाहिगुरू है भाई वो तां अंदरों देखदा है। इसी करके भगत जी कहते कच्चा ना रही, मन की कच्चाई रहेगी, कच्चे में गिने जावेगा। कच्चे बंदे कदे तर नहीं सकते, तरदे वो ने जेड़े पक जाते है। इस करके गुरु पातशाह जी अपनी बाणी दे विच फरमान करते ने, कच्चा रही ना कचेता डुब जांदे ने, पक्के जेड़े पार हुंदे ने। रही ना कचेता डुब जांदे ने, पक्के जेड़े पार हुंदे ने। कचेता डुब जांदे ने, पक्के जेड़े पार हुंदे ने। रही ना कचेता डुब जांदे ने,
ਪੱਕੇ ਜਿਹੜੇ ਪਾਰ ਹੁੰਦੇ ਨੇ। ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕਦੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕਦੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਚਾਰਈ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਕਿ ਜਿਹੜੇ ਪਾਰ ਹੁੰਦੇ ਨੇ। ਡੁੱਬ ਜਾਂਦੇ ਨੇ, ਕਿ ਜਿਹੜੇ ਪਾਰ ਹੁੰਦੇ ਨੇ। ਉਹ ਪੱਕੇ ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕਦੇ ਤਾਂ ਡੁੱਬ ਜਾਂਦੇ ਨੇ, ਕਦੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕਦੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਚਾਰਈ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਚਾਰਈ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਕਿ ਜਿਹੜੇ ਪਾਰ ਹੁੰਦੇ ਨੇ। ਪੱਕੇ ਜਿਹੜੇ ਪਾਰ ਹੁੰਦੇ ਨੇ। ਪੱਕੇ ਜਿਹੜੇ ਜੀ ਪਾਰ ਹੁੰਦੇ ਨੇ, ਪੱਕੇ ਜਿਹੜੇ ਜੀ ਪਾਰ ਹੁੰਦੇ ਨੇ। ਪੱਕੇ ਜਿਹੜੇ ਜੀ ਪਾਰ ਹੁੰਦੇ ਨੇ, ਪੱਕੇ ਜਿਹੜੇ ਜੀ ਪਾਰ ਹੁੰਦੇ ਨੇ। ਪੱਕੇ ਜਿਹੜੇ ਜੀ ਪਾਰ ਹੁੰਦੇ ਨੇ, ਪੱਕੇ ਜਿਹੜੇ ਜੀ ਪਾਰ ਹੁੰਦੇ ਨੇ। ਪੱਕੇ ਜਿਹੜੇ ਜੀ ਪਾਰ ਹੁੰਦੇ ਨੇ, ਪੱਕੇ ਜਿਹੜੇ ਜੀ ਪਾਰ ਹੁੰਦੇ ਨੇ। ਕਦੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਕੱਚਾ ਰਹੀ ਨਾ ਕਦੇ ਤਾਂ ਡੁੱਬ ਜਾਂਦੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਰਹੀ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਪੱਕੇ ਜਿਹੜੇ ਪਾਰ ਹੁੰਦੇ ਨੇ। ਨਹੀਂ ਨਾ ਕੱਚੇ ਤਾਂ ਡੁੱਬ ਜਾਂਦੇ ਨੇ, ਕਿ ਜਿਹੜੇ ਪਾਰ ਹੁੰਦੇ ਨੇ।
ਗੁਰੂ ਮਹਾਰਾਜ ਕਹਿੰਦੇ ਜਿਹੜੇ ਕੱਚੇ ਹੁੰਦੇ ਉਹ ਝੜ ਜਾਂਦੇ ਐ, ਜਿਹੜੇ ਪੱਕੇ ਹੁੰਦੇ ਨੇ ਉਹ ਪਾਰ ਹੋ ਜਾਂਦੇ। ਦਿਲੋਂ ਮੁਹੱਬਤ ਜਿਨ ਸੀ ਸੱਚੀਆਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ। ਉਹਨਾਂ ਨੂੰ ਕੱਚਿਆਂ ਦੇ ਵਿੱਚ ਗਿਣਿਆ ਗਿਆ। ਬਾਣੀ ਦੇ ਵਿੱਚ ਇਹ ਵੀ ਫਰਮਾਨ ਹੋਇਆ ਵੀ ਬੰਦੇ ਆ ਇਹਨਾਂ ਦੇ ਕੋਲ ਬਚੀ, ਕੱਚੜੀਆਂ ਸੋ ਤੋੜ, ਢੂੰਡ ਸੰਜਨ ਸੱਤ ਪੱਕਿਆਂ। ਜਿਹੜੇ ਕੱਚੇ ਜੀਵਨ ਵਾਲੇ ਨੇ ਉਹਨਾਂ ਦੇ ਨਾਲ ਕਦੇ ਨਹੀਂ ਲਾਉਣੀ ਚਾਹੀਦੀ। ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਨਹੀਂ, ਪੱਕਿਆਂ ਦੇ ਨਾਲ। ਪਰਮੇਸ਼ਰ ਦੇ ਪਿਆਰਿਆਂ ਦੇ ਨਾਲ, ਜਿਨ੍ਹਾਂ ਦਾ ਜੀਵਨ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੇ, ਜਿਵੇਂ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ, ਜਿਨ੍ਹਾਂ ਦੀ ਬਚਪਨ ਤੋਂ ਹੀ, ਜਨਮ ਤੋਂ ਹੀ ਪਰਮੇਸ਼ਰ ਦੇ ਨਾਲ ਲਿਵ ਲੱਗੀ ਹੋਈ ਸੀਗੀ। ਉਹਨਾਂ ਦੇ ਨਾਲ ਸਤਿਗੁਰੂ ਮਹਾਰਾਜ ਫਰਮਾਨ ਕਰਦੇ, ਕੱਚੜੀਆਂ ਸੋ ਤੋੜ, ਢੂੰਡ ਸੰਜਨ ਸੱਤ ਪੱਕੀਆਂ। ਉਜ ਬਿੰਦੇ ਵਿਛੜ ਮੋਇਆ ਨਾ ਜਾਈ ਛੋੜ। ਜਿਹੜੇ ਕਹਿੰਦੇ ਐਸੇ ਹੁੰਦੇ ਨੇ ਨਾ, ਉਹਨਾਂ ਦੇ ਨਾਲ ਨਹੀਂ, ਉਹ ਤਾਂ ਆਪਣੇ ਜਿਉਂਦਿਆਂ ਹੀ ਜੀ ਛੱਡ ਜਾਂਦੇ ਐ। ਪਰ ਜੇ ਰੱਬ ਦੇ ਪਿਆਰੇ ਨੇ ਨਾ, ਇਹ ਮਾਨੋ ਕਿ ਸੰਸਾਰ ਤੋਂ ਲੈ ਕੇ ਦਰਗਾਹ ਦੇ ਤੱਕ ਮਹਾਂਪੁਰਖ ਕਿਹਾ ਕਰਦੇ, ਕਹਿੰਦੇ ਭਾਈ ਦਰਗਾਹ ਦੇ ਸਹਾਈਆਂ ਅਸੀਂ, ਕਹਿੰਦੇ ਇਹ ਬਚਨ ਤੇ ਉਹਨਾਂ ਦੇ, ਦਰਗਾਹ ਦੇ ਸਹਾਈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੂੰ ਤਾਂ ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸੱਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸੱਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸੱਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸੱਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਕੱਚਿਆਂ ਦਾ ਜੀ 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 ਸੰਗ ਛੱਡ ਕੇ।
ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਢੂੰਡ ਲੈ ਸਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਤਾਂ ਢੂੰਡ ਲੈ ਸੱਜਣ ਸੰਤ ਪੱਕਿਆਂ, ਕੱਚਿਆਂ ਦਾ ਸੰਗ ਛੱਡ ਕੇ। ਬਾਬਾ ਫਰੀਦ ਜੀ ਕਹਿੰਦੇ ਭਾਈ, ਕਹਿੰਦੇ ਕੱਚਿਆਂ ਦਾ ਸੰਗ ਛੱਡ ਕੇ ਪੱਕਿਆਂ ਦੇ ਨਾਲ। ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨੇ ਉਹ ਦਿਲੋਂ ਮੁਹੱਬਤ ਸੇ ਜਿਨ ਸੱਚੀਆਂ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੀਆਂ। ਰੱਤੇ ਇਸ਼ਕ ਖਦਾਏ ਰੰਗ ਦੀਦਾਰ ਕੇ। ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਦੇ ਵਿੱਚ ਕਹਿੰਦੇ ਦਿਨ ਰਾਤ ਮਿਲੇ ਨੇ ਨਾ, ਉਹ ਤਾਂ ਫਿਰ ਦੀਦਾਰ ਦਾ ਮਤਲਬ ਕੀ ਹੁੰਦਾ ਹੈ? ਮਾਨੋ ਕਿ ਪਰਮੇਸ਼ਰ ਵਰਗੀ ਨਹੀਂ, ਉਹ ਤਾਂ ਉਹਦੇ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂਗਾ। ਰਤੇ ਇਸ਼ਕ ਖਦਾਏ ਰੰਗ ਦੀਦਾਰ ਕੇ। ਜਿਹੜੇ ਪਰਮੇਸ਼ਰ ਦੇ ਨਾਲ ਮਿਲੇ ਨੇ ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਜਿਵੇਂ ਗੁਰੂ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਹੈ, ਸਮਝਾਉਂਦੇ ਜੀਵਨ ਜੇ ਪਰਮੇਸ਼ਰ ਦੇ ਪਿਆਰੇ, ਹਰ ਹਰ ਜਨ ਦੁਇ ਏਕ ਹੈ, ਵਿਭ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ। ਜਿਵੇਂ ਜਲ ਤੇ ਤਰੰਗ ਕਹਿੰਦੇ ਹੁੰਦਾ ਤਾਂ ਜਲ ਵੀ, ਜਿਹੜਾ ਜਲ ਤਾਂ ਜਲ ਹੀ ਹੁੰਦਾ ਹੀ ਹੈ, ਜਿਹੜੇ ਤਰੰਗ ਹੁੰਦੇ ਉਹ ਵੀ ਪਾਣੀ ਹੀ ਹੁੰਦਾ ਹੈ। ਪਰ ਦੇਖਣ ਤੇ ਸੁਣਨ ਦੇ ਵਿੱਚ ਕਹਿੰਦੇ ਭਿੰਨ ਹੁੰਦੇ ਨੇ। ਇਸੇ ਤਰ੍ਹਾਂ ਜੋ ਪਰਮੇਸ਼ਰ ਦੀ ਭਗਤੀ ਕਰਨ ਵਾਲੇ, ਨਾਮ ਜਪਣ ਵਾਲੇ ਹੁੰਦੇ ਤੇ ਕਹਿੰਦੇ ਆ ਮਨੁੱਖਾਂ ਵਾਂਗੂ ਲੱਗਦੇ ਨੇ, ਪਰ ਜਿਹੜੀ ਉਹਨਾਂ ਦੀ ਆਤਮਾ ਹੈ ਉਹ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ। ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਜਿਵੇਂ ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਕਹਿੰਦੇ ਆ, ਤੋਹੀ ਮੋਹੀ ਮੋਹੀ ਤੋਈ ਅੰਤਰ ਕੈਸਾ। ਹੇ ਭਗਵਾਨ, ਤੇਰੇ ਤੇ ਮੇਰੇ ਵਿੱਚ, ਮੇਰੇ ਤੇਰੇ ਵਿੱਚ ਕੀ ਫਰਕ ਹੈ? ਕੰਨ ਕਟਕ ਤਰੰਗ ਜਲ ਜੈਸਾ। ਜਿਵੇਂ ਕਹਿੰਦੇ ਸੋਨੇ ਦੇ ਘੜਿਆਂ ਭਾਵ ਕੇ ਗਹਿਣਿਆਂ ਦੇ ਵਿੱਚ ਤੇ ਸੋਨੇ ਵਿੱਚ ਫਰਕ ਤਾਂ ਕੋਈ ਹੁੰਦਾ ਹੀ ਨਹੀਂਗਾ। ਹੁੰਦਾ ਤਾਂ ਸੋਨਾ ਹੀ ਹੈ, ਪਰ ਉਹਨਾਂ ਦੇ ਨਾਮ ਵੱਖਰੇ ਵੱਖਰੇ ਪੈ ਜਾਂਦੇ ਹੈ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਤਾਂ ਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਵਰਗੇ ਹੁੰਦੇ ਨੇ। ਇਸ ਕਰਕੇ ਉਹ ਤਾਂ ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਤਾਂ ਸਾਈਂ ਵਰਗੇ ਨੇ ਤਾਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ ਵਿਸਰੇ ਨਾ ਨਾਮ ਪਿਆਰਾ। ਸਾਈਂ ਵਰਗੇ ਨੇ ਜਿਨ੍ਹਾਂ ਨੂੰ
बिसरे ना नाम प्यारा। बिसरे न नाम प्यारा, बिसरे न नाम प्यारा, बिसरे न नाम प्यारा, बिसरे न नाम प्यारा। बिसरे ना नाम प्यारा, बिसरे ना नाम प्यारा, बिसरे ना नाम प्यारा, जिन्हानू बिसरे ना नाम प्यारा। बिसरे न नाम प्यारा, बिसरे न नाम प्यारा, बिसरे न नाम प्यारा, बिसरे न नाम प्यारा। बिसरे न नाम प्यारा, बिसरे न नाम प्यारा, बिसरे न नाम प्यारा, बिसरे न नाम प्यारा। जिन्हानू बिसरे ना नाम प्यारा। साईं वर्गे ने जिन्हानू बिसरे न नाम प्यारा, साईं वर्गे ने जिन्हानू बिसरे न नाम प्यारा। साईं वर्गे ने जिन्हानू बिसरे न नाम प्यारा, साईं वर्गे ने जिन्हानू बिसरे ना नाम प्यारा। नानू बिसरे ना नाम प्यारा। इस करके कहते रब दे प्यारन जन नाम नहीं विसरदा ना। ਉਹ ਤਾਂ ਕਹਿੰਦੇ ਉਹਦੇ ਪਰਮਾਤਮਾ ਦੇ ਪਿਆਰਿਆਂ ਵਿੱਚ ਕੋਈ ਫਰਕ ਨਹੀਂ ਹੈ। ਦਿਲੋਂ ਮੁਹੱਬਤ ਸੇ ਜਿਨ ਸੱਚੀਆਂ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚੀਆਂ ਰਤੇ ਇਸ਼ਕ ਦਾਏ, ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ। ਜਿਨ੍ਹਾਂ ਨੂੰ ਪਰਮੇਸ਼ਰ ਦੀ ਬਾਣੀ ਚਿੱਤ ਚੇਤੇ ਨਹੀਂ ਹੈ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚਿੱਤ ਚੇਤੇ ਨਹੀਂ, ਭਗਤ ਫਰੀਦ ਜੀ ਫਰਮਾਨ ਕਰਦੇ ਕਹਿੰਦੇ ਭਾਈ ਉਹਨਾਂ ਦਾ ਜਿਹੜੀ ਧਰਤੀ ਉਹ ਹੀ ਬੋਝ ਨਹੀਂ ਚੱਲਦੀ, ਧਰਤੀ ਬੋਝ ਨਹੀਂ ਚੱਲਦੀ ਉਹਨਾਂ ਦਾ। ਜਿਵੇਂ ਭਗਤ ਭਾਈ ਗੁਰਦਾਸ ਜੀ ਆਪਣੀ ਵਾਰਾਂ ਦੇ ਵਿੱਚ ਫਰਮਾਨ ਕਰਦੇ ਕਹਿੰਦੇ ਧਰਤੀ ਨੇ ਭਗਵਾਨ ਦੇ ਕੋਲ ਪੁਕਾਰ ਕੀਤੀ, ਭਗਵਾਨ ਜੀ ਮੇਰੇ ਉੱਤੇ ਬਹੁਤ ਬੋਝ ਵੱਧ ਗਿਆ। ਉਸ ਵੇਲੇ ਕਹਿੰਦੇ ਧਰਤੀ ਕਹਿਣ ਲੱਗੀ ਤੇਰੇ ਤੇ ਬੋਝ ਕਾਹਦਾ ਵੱਜ ਗਿਆ, ਪਹਾੜਾਂ ਦਾ ਬੋਝ ਤੇਰੇ ਉੱਤੇ ਹੈ। ਕਹਿੰਦੀ ਭਗਵਾਨ ਜੀ ਇਹਨਾਂ ਦਾ ਨਹੀਂ ਲੱਗਦਾ। ਹੋਰ ਜਿੰਨੇ ਕੋਟ ਗੜ ਕਿੰਨੇ ਕੀਲੇ ਘਰ ਨੇ ਇਹਨਾਂ ਦਾ ਹੋਊਗਾ, ਕਹਿੰਦੀ ਨਹੀਂ। ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਕਹੰਦੇ, ਨਾ ਤਿਸ ਭਾਰੇ ਕੋਟਗੜ ਕਰ ਬਾਰ ਦਸੰਦੇ, ਨਾ ਤਿਸ ਭਾਰੇ ਸਾਹਿਰਾ ਨਦ ਨਾਏ ਬਹੰਦੇ, ਨਾ ਤਿਸ ਭਾਰੇ ਤਰਵਰਾ ਸੋ ਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਭਾਰੀ ਭੂਈ ਅਕਿਰਤ ਘਾਣ ਮੰਦੀ ਹੋ ਮੰਦੇ। ਧਰਤੀ ਕਹਿਣ ਲੱਗੀ ਮੇਰੇ ਤੇ ਪਹਾੜਾਂ ਦਾ ਕੋਈ ਬੋਝ ਨਹੀਂ ਹੈ ਜੀ। ਆ ਜਿਹੜੇ ਇਤਨੇ ਭਾਵ ਕੇ ਕੋਟ ਗੜ੍ਹ ਦੇ ਕਿੰਨੇ ਮਕਾਨ ਘਰ ਪਾਏ ਨੇ ਧਰਤੀ ਉੱਤੇ, ਧਰਤੀ ਕਹਿੰਦੀ ਇਹਨਾਂ ਦਾ ਮੈਨੂੰ ਕੋਈ ਬੋਝ ਨਹੀਂ ਹੈ। ਆ ਜਿਹੜਾ ਅਥਾਹ ਪਾਣੀ ਤੁਰਿਆ ਫਿਰਦਾ ਇਹਦਾ ਕੋਈ ਬੋਝ ਨਹੀਂ। ਆ ਜਿਹੜੇ ਇੰਨੇ ਬਿਰਸ਼ ਆਦਿ ਖੜੀ ਹੈ, ਬਨਸਪਤੀ ਕਿੰਨੀ ਖੜੀ ਹੈ,
ਇਹਨਾਂ ਨੂੰ ਕਿੰਨੇ ਫਲ ਫੁੱਲ ਲੱਗਦੇ, ਕੋਈ ਬੋਝ ਨਹੀਂ ਉਹਨੂੰ। ਆ ਜਿਹੜੀ ਧਰਤੀ ਤੇ ਜੀਵ ਤੁਰੇ ਫਿਰਦੇ, ਦੁਨੀਆ ਤੁਰੀ ਫਿਰਦੀ ਹੈ ਭਾਈ, ਇਹਨਾਂ ਦਾ ਕੋਈ ਬੋਝ ਨਹੀਂ ਹੈ। ਬੋਝ ਕਿਹਨਾਂ ਦਾ ਹੈ? ਜਿਹੜੇ ਆ ਕਿਰਤ ਕਰਨੇ, ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਦੇਣ, ਉਹਨੂੰ ਕਹਿੰਦੇ ਆ ਕਿਰਤ ਕਣ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਤੇ ਕਿੰਨੇ ਉੱਤੇ ਕਿੰਨੇ ਭਾਵ ਕੇ ਪਿਆਰਿਓ ਕਿੰਨੇ ਪੁਕਾਰ ਕੀਤੇ ਆਪਣੇ ਤੇ, ਆਪਾਂ ਪੁਕਾਰ ਦੇ ਸਕਦੇ ਹਾਂ ਉਹਦੇ। ਸਤਿਗੁਰੂ ਮਹਾਰਾਜ ਫਰਮਾਨ ਕਰਦੇ, ਰਮਈਆ ਕੇ ਗੁਣ ਚੇਤ ਪੁਰਾਨੀ, ਕਬਣ ਮੂਲ ਤੇ ਕਾਮਨ ਦ੍ਰਿਸ਼ਟਾਨੀ, ਜਿਨ ਤੋ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਵਾਰ ਅਵਸਥਾ ਤੁਝੇ ਪਿਆਰੇ, ਦੂਧ ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਿਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹ ਨਿਰਗੁਣ ਗਨ ਕਛੂ ਨਾ ਬੂਝੈ। ਇੰਨੇ ਗੁਣ ਕੀਤੇ, ਇੰਨੇ ਉਪਕਾਰ ਕੀਤੇ ਆਪਣੇ ਤੇ ਪ੍ਰਮਾਤਮਾ ਨੇ, ਪਰ ਆਪਾਂ ਨਿਰਗੁਣਾ ਨੇ ਇੱਕ ਵੀ ਉਹਦੇ ਭਾਵ ਕੇ ਪਰਉਪਕਾਰ ਦੀ ਕਦਰ ਨਹੀਂ ਜਾਣੀ। ਸਾਰਾ ਸੁੱਖ ਸਹੂਲਤਾਂ ਪਰਮੇਸ਼ਰ ਦੀਆਂ ਨੇ, ਪਰ ਉਹਦਾ ਆਪਾਂ ਧੰਨਵਾਦ ਨਹੀਂ ਕਰਦੇ ਕਦੇ ਕਿ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ ਤੇ ਮੈਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ, ਮੇਰਾ ਤਾਂ ਸਰੀਰ ਤੰਦਰੁਸਤ ਹੈ। ਇਸ ਕਰਕੇ ਗੁਰੂ ਪਾਤਸ਼ਾਹ ਜੀ ਪ੍ਰਮਾਣ ਕਰਦੇ ਵੀ ਜਿਹੜੇ ਪਰਮੇਸ਼ਰ ਦੇ ਕੀਤੇ ਨੂੰ ਭੁਲਾ ਜਾਂਦੇ, ਭਗਤ ਫਰੀਦ ਜੀ ਪ੍ਰਮਾਣ ਕਰਦੇ, ਕਹਿੰਦੇ ਭਾਰੀ ਭੂਈ ਆਕਿਰਤ ਘਣ। ਉਹ ਭਾਈ ਸਾਹਿਬ ਜੀ ਕਹਿੰਦੇ ਸਭ ਤੋਂ ਮੰਦੇ ਹੈ, ਬਿਸਰਿਆ ਜਨ ਨਾਮ ਤੇ ਭੋਏ ਭਾਰ ਥੀਏ। ਜਿਨ੍ਹਾਂ ਨੂੰ ਪਰਮੇਸ਼ਰ ਦੀ ਬੰਦਗੀ ਚੇਤੇ ਨਹੀਂ ਹੈ, ਨਾਮ ਚੇਤੇ ਨਹੀਂ ਹੈ, ਉਹਨੂੰ ਧਰਤੀ ਵੀ ਨਹੀਂ ਚੰਗਾ ਮੰਨਦੀ। ਇਸ ਕਰਕੇ ਬਾਬਾ ਫਰੀਦ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਜਿਹੜੇ ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ, ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ। ਜਿਹੜੇ ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ, ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ। ਧਰਤੀ ਨੂੰ ਬੋਝਿਓ ਨਾ ਦਾ, ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝਿਓ ਨਾ ਦਾ, ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝਿਓ ਨਾ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ, ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝਿਓ ਨਾ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝਿਓ ਨਾ ਦਾ, ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝ
ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝ ਉਹਨਾਂ ਦਾ। ਧਰਤੀ ਤੇ ਜੀ ਬੋਝ ਉਹਨਾਂ ਦਾ, ਧਰਤੀ ਤੇ ਜੀ ਬੋਝ ਉਹਨਾਂ ਦਾ। ਧਰਤੀ ਤੇ ਜੀ ਬੋਝ ਉਹਨਾਂ ਦਾ, ਧਰਤੀ ਤੇ ਜੀ ਬੋਝ ਉਹਨਾਂ ਦਾ। ਬੋਝ ਉਹਨਾਂ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਤੇ ਬੋਝ ਉਹਨਾਂ ਦਾ। ਨਾਮ ਨਾ ਗੁਰਾਂ ਦਾ ਜਪਦੇ, ਧਰਤੀ ਨੂੰ ਬੋਝ ਉਹਨਾਂ ਦਾ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜੇ ਦੁਨੀਆ ਤੇ ਪਰਮੇਸ਼ਰ ਦੀ ਬੰਦਗੀ ਸਿਮਰਨ ਨਹੀਂ ਕਰਦੇ, ਧਰਤੀ ਵੀ ਉਹਨਾਂ ਦਾ ਬੋਝ ਨਹੀਂ ਚੱਲਦੀ। ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ, ਆਪ ਲਈ ਲੜ ਲਾਏ ਦਰ ਦਰਵੇਸ਼ ਸੇ। ਭਗਤ ਫਰੀਦ ਜੀ ਫਰਮਾਨ ਕਰਦੇ ਨੇ, ਜਿਹੜੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਕਹਿੰਦੇ ਨਾਮ ਰੂਪੀ ਪੱਲੇ ਨਾਲ ਲਾ ਲੈਣਾ, ਲੜ ਨਾਲ ਲਾ ਲੇ, ਉਹ ਅਸਲੀ ਕਹਿੰਦੇ ਅਕਾਲ ਪੁਰਖ ਦਰ ਦੇ ਦਰਵੇਸ਼ ਫਕੀਰ ਨੇ। ਉਹਨਾਂ ਦਾ ਨਾਮ ਹੈ ਫਕੀਰ। ਫਿਰ ਐਸੇ ਕਹਿੰਦੇ ਸੰਸਾਰ ਦੇ ਪਰਮੇਸ਼ਰ ਦੇ ਪਿਆਰਿਆਂ ਦਾ ਤਾਂ ਆਉਣਾ ਧਨਤਾ ਜੋਗ ਹੈਗੀਗਾ। ਐਸੇ ਪਿਆਰਿਆਂ ਦੀ ਦੁਨੀਆ ਦੇ ਆਉਣਾ ਧਨਤਾ ਜੋਗ ਹੈਗੇ ਹੀ ਹੈ, ਪਰ ਜਿਹੜੀ ਉਹਨਾਂ ਦੀ ਮਾਤਾ ਉਹਨੂੰ ਜਨਮ ਦੇਣ ਵਾਲੀ ਹੈ, ਉਹਨਾਂ ਦਾ ਵੀ ਦੁਨੀਆ ਤੇ ਆਉਣਾ ਸਫਲਾ ਹੋ ਗਿਆ। ਇਹ ਭਗਤ ਫਰੀਦ ਦੇ ਬਚਨ ਨੇ। ਭਗਤ ਫਰੀਦ ਜੀ ਫਰਮਾਨ ਕਰਦੇ, ਕਹਿੰਦੇ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਆਪਣੇ ਲੜ ਲਾ ਲਏ, ਉਹ ਹਰੀ ਪਰਮੇਸ਼ਰ ਦੇ ਦਰ ਦੇ ਚੰਗੇ ਦਰਵੇਸ਼ ਭਗਤ ਭਾਵ ਕੇ ਰੱਬ ਦੇ ਪਿਆਰੇ ਹਨ। ਫਿਰ ਭਗਤ ਜੀ ਕਹਿੰਦੇ, ਤਿੰਨ ਧਨ ਜਨੇ ਦੀ ਮਾਓ ਆਏ ਸਫਲ ਸੇ। ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ, ਉਹਨਾਂ ਦੀ ਮਾਤਾ ਦਾ ਕਹਿੰਦੇ ਸੰਸਾਰ ਤੇ ਆਉਣਾ ਸਫਲਾ ਹੋ ਗਿਆ। ਉਹਨਾਂ ਦੀ ਕੁੱਲ ਧਨ ਹੋ ਗਈ ਉਹਨਾਂ ਦੀ। ਇਸ ਕਰਕੇ ਉਹਨਾਂ ਦੀ ਬਾਬਤ ਮਹਾਂਪੁਰਖ ਧਾਰਨਾ ਪੜ੍ਹਿਆ ਕਰਦੇ, ਕਹਿੰਦੇ ਭਾਈ ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧੰਨ ਨੇ ਉਹਨਾਂ ਦੀਆਂ ਮਾਵਾਂ, ਇਹ ਪੁੱਤ
ਨਾਮ ਜਪਦੇ, ਧਨ ਨੇ ਉਹਨਾਂ ਦੀਆਂ ਮਾਵਾਂ, ਪੁੱਤ ਨਾਮ ਜਪਦੇ। ਤਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਤਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਪੁੱਤ ਨਾਮ ਜਪਦੇ। ਜਿਨ੍ਹਾਂ ਦੇ ਪੁੱਤ ਜੀ 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 ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਧਨ ਨੇ ਉਹਨਾਂ ਦੀਆਂ ਮਾਵਾਂ, ਦੇ ਪੁੱਤ ਨਾਮ ਜਪਦੇ। ਇਸ ਕਰਕੇ ਬਾਬਾ ਜੀ ਕਹਿੰਦੇ, ਜਿਨ੍ਹਾਂ ਦੇ ਪੁੱਤ ਨਾਮ ਜਪਦੇ ਉਹਨਾਂ ਦੀਆਂ ਮਾਤਾ ਦਾ ਆਉਣਾ ਵੀ ਸੰਸਾਰ ਤੇ ਧਨਤਾ ਦੇ ਯੋਗ ਹੈ। ਕਿਉਂਕਿ ਜਿਹੜੀਆਂ ਮਾਤਾਵਾਂ ਨੇ ਆਪ ਭਗਤੀ ਕੀਤੀ, ਸਿਮਰਨ ਕੀਤਾ, ਬੰਦਗੀ ਕੀਤੀ, ਉਹਨਾਂ ਦੇ ਪੁੱਤ ਹੀ ਪਰਮੇਸ਼ਰ ਦੀ ਭਗਤੀ ਕਰਿਆ ਕਰਦੇ ਹੈ। ਐਵੇਂ ਥੋੜਾ ਹੋ ਸਕਦੀ ਹੈ। ਜਿਹੜਾ ਬਾਬਾ ਫਰੀਦ ਸੀ, ਉਹਨਾਂ ਦੀ ਮਾਤਾ ਜਦੋਂ ਕਹਿੰਦੇ ਬਾਬਾ ਫਰੀਦ ਜੀ ਕੁੱਖ ਵਿੱਚ ਪਲਦੇ ਸੀ ਨਾ, ਆਪਾਂ ਉਹਨਾਂ ਦੇ ਜੀਵਨ ਦੀਆਂ ਸਾਖੀਆਂ ਮਹਾਂਪੁਰਖਾਂ ਤੋਂ ਸੁਣਦੇ ਹੁੰਦੇ ਵੀ ਉਹਨਾਂ ਨੇ ਬਹੁਤ ਭਗਤੀ ਕੀਤੀ, ਬਹੁਤ ਸਿਮਰਨ ਕੀਤਾ। ਇੰਨਾ ਸਿਮਰਨ ਕੀਤਾ, ਉਹਨਾਂ ਦਾ ਮਨ ਦਾ ਇਹ ਖਿਆਲ ਸੀ ਜਿਹੜੇ ਸਾਡੇ ਕੁੱਖ ਦੇ ਵਿੱਚ ਪਲਦਾ ਜੀਵ, ਉਹ ਕੋਈ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਜੰਮੇ, ਪਰਮੇਸ਼ਰ ਦੀ ਸਿਮਰਨ ਦੇ ਕੋਈ ਅੰਸ਼ ਜੰਮੇ, ਜਿਹੜਾ ਸਾਡੇ ਕੁੱਲ ਨੂੰ ਭਾਵ ਕਿ ਉਜਾਲਾ ਕਰ ਦੇਵੇ। ਦਿਨ ਰਾਤ ਹੀ ਕੀਤਾ, ਖਾਣ ਪੀਣ ਦਾ ਖਿਆਲ ਰੱਖਿਆ, ਬੋਲਣ ਚੱਲਣ ਦਾ ਖਿਆਲ ਰੱਖਿਆ। ਫਿਰ ਜਦੋਂ ਜੰਮੇ ਸੀ ਭਗਤ ਫਰੀਦ ਜੀ, ਜੰਮ ਦੀ ਭਗਤ ਸੀਗੇ, ਜੰਮ ਦੇ ਭਗਤ ਸੀਗੇ। ਇਹ ਐਵੇਂ ਹਕੀਕਤਾਂ ਨੇ।
ਭਗਤ ਪ੍ਰਹਿਲਾਦ ਦੀ ਮਾਤਾ ਦਾ ਜਨਮ ਪੜ੍ਹ ਕੇ ਦੇਖੋ ਜੀਵਨ ਉਹਨਾਂ ਦਾ, ਵੀ ਉਹਨਾਂ ਨੇ ਕਿੰਨੀ ਤਪੱਸਿਆ ਕੀਤੀ। ਨਾਰਦ ਮੁਨੀ ਜੀ ਨੇ ਇੰਨੀਆਂ ਭਾਵ ਸਾਖੀਆਂ ਸੁਣਾਈਆਂ, ਹੈ ਦੈਂਤ ਕੁਲ ਵਿੱਚੋਂ ਸੀਗੇ, ਪਰ ਭਗਤੀ ਕਰਨ ਦੇ ਨਾਲ, ਵਾਹਿਗੁਰੂ ਦੀ ਬੰਦਗੀ ਕਰਨ ਦੇ ਨਾਲ ਭਗਤ ਪ੍ਰਹਿਲਾਦ ਵੀ ਜੰਮ ਦੇ ਭਗਤ ਸੀਗੇ, ਸਿਮਰਨ ਕਰਨ ਵਾਲੇ ਸੀਗੇ। ਪਰ ਆਪਣਾ ਅੱਜ ਕੱਲ੍ਹ ਖਿਆਲ ਹੋ ਰਹੀ ਹੈ ਜੰਮ ਦਾ ਬਾਅਦ ਵਿੱਚ ਹੈ, ਬੋਤਲ ਰੱਟ ਪਹਿਲਾਂ ਪੱਟਿਆ ਜਾਂਦਾ, ਜੰਮ ਦਾ ਬਾਅਦ ਵਿੱਚ ਹੈ। ਪਹਿਲਾਂ ਉਹਨੂੰ ਜੰਮਣ ਤੋਂ ਪਹਿਲੇ ਹੀ ਐਸਾ ਨਹੀਂ ਵੀ ਰੱਬ ਨੇ ਕਿਰਪਾ ਕੀਤੀ, ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ, ਅਸੀਂ ਅਕਾਲ ਪੁਰਖ ਦਾ ਧੰਨਵਾਦ ਕਰੀਏ। ਉਹਦੇ ਭਾਵ ਕਿ ਉਹਦੇ ਨਿਮਿਤ ਕੋਈ ਪਾਠ, ਕੋਈ ਪੁੰਨ ਦਾਨ ਕਰੀ, ਉਹਦੇ ਨਾਮ ਜਪੀਏ ਬਹਿ ਕੇ, ਰੱਬ ਤੈਂ ਬਹੁਤ ਵੱਡੀ ਕਿਰਪਾ ਕੀਤੀ, ਸਾਨੂੰ ਆ ਦਾਤ ਦੇ ਦਿੱਤੀ। ਉਸ ਵੇਲੇ ਫਿਰ ਕੀ ਹੁੰਦਾ, ਵਿਸਰ ਭਾਵ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਫਿਰ ਉਹਦੇ ਜਿਹੜੇ ਖੁਸ਼ੀ ਹੈ, ਕਹਿੰਦੇ ਜੇ ਲੋਕਾਂ ਨਾਲ ਸਾਂਝੀ ਨਾ ਕੀਤੀ, ਜੀ ਆਹ ਕੰਮ ਨਾ ਕੀਤਾ ਤਾਂ ਲੋਕ ਗੁੱਸੇ ਹੋ ਜਾਣਗੇ। ਕਿੱਡੀ ਉਲਟ ਗੱਲ ਹੋ ਗਈ। ਕਰਨਾ ਰੱਬ ਦਾ ਧੰਨਵਾਦ ਹੈ, ਪਰ ਉਲਟ ਗੱਲ। ਇਸ ਕਰਕੇ ਰੱਬ ਦੀ ਖੁਸ਼ੀ ਥੋੜਾ ਹੋ ਸਕਦੀ, ਜੇ ਰੱਬ ਖੁਸ਼ ਭਾਵ ਗੁੱਸੇ ਹੋ ਗਏ ਆ, ਫਿਰ ਦਿੱਤੀ ਰੱਬ ਨੇ ਹੈ, ਇਸ ਕਰਕੇ ਨਹੀਂ ਹੈ। ਜਦੋਂ ਕਹਿੰਦੇ ਭਗਤੀ ਕੀਤੀ ਤਾਂ ਉਹਦੀ ਮਾਂ ਨੇ ਇਹ ਕਹਿੰਦੀ ਹੁੰਦੀ, ਕਹਿੰਦੇ ਫਰੀਦ ਪੁੱਤ ਤੂੰ ਪਰਮੇਸ਼ਰ ਦੀ ਭਗਤੀ ਕਰਿਆ ਕਰ, ਸਿਮਰਨ ਕਰਿਆ ਕਰ। ਉਸ ਵੇਲੇ ਕਹਿੰਦੇ ਬਾਬਾ ਫਰੀਦ ਜੀ ਕਹਿੰਦੇ ਜੇ ਮੈਂ ਭਗਤੀ ਕਰਿਆ ਕਰੂ, ਸਿਮਰਨ ਕਰਿਆ ਕਰੂੰਗਾ ਤਾਂ ਰੱਬ ਮੈਨੂੰ ਕੀ ਦੇਣਗੇ? ਕਹਿੰਦੇ ਖਾਣ ਨੂੰ ਗੁੜ ਦਿਆ ਕਰੂਗਾ। ਬੱਚੇ ਨੂੰ ਖਾਣ ਦਾ ਲਾਲਚ ਹੁੰਦਾ, ਇਸ ਕਰਕੇ ਮਾਤਾ ਕਹਿੰਦੇ ਮੇਰੀ ਅਮ ਨੇ ਆਪਣੇ ਪੁੱਤਰ ਫਰੀਦ ਜੀ ਨੂੰ ਇੱਧਰ ਲਾਉਣਾ ਕੀਤਾ, ਪ੍ਰੇਰ ਕੇ। ਇਸ ਕਰਕੇ ਫਿਰ ਐਸੀਆਂ ਮਾਵਾਂ ਨੂੰ ਗੁਰੂ ਬਾਣੀ ਧੰਨ ਕਹਿੰਦੀ, ਤਿੰਨ ਧੰਨ ਜਨੇ ਦੀ ਮਾਓ ਆਏ ਸਫਲ ਸੇ। ਕਹਿੰਦੇ ਪਰਬਤ ਆਗਾਰ ਆਗੰਮ ਬੇਅੰਤ ਤੂੰ। ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਕਹਿੰਦੇ ਸਭ ਦੀ ਪਿਰਤ ਪਾਲਣਾ ਕਰਨ ਵਾਲਾ ਹੈ, ਗੰਮਤਾ ਤੋਂ ਆਪਣੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ। ਸਤਿਗੁਰ ਭਗਤ ਫਰੀਦ ਜੀ ਫਰਮਾਨ ਕਰਦੇ ਨੇ, ਪਰਵਦਗਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੂਮਾ ਪੈਰ ਮੂੰਹ, ਤੇਰੀ ਪਨੇ ਖੁਦਾਏ ਤੂੰ ਬਖਸ਼ੰਦਗੀ। ਉਸ ਵੇਲੇ ਭਗਤ ਫਰੀਦ ਜੀ ਫਰਮਾਨ ਕਰਦੇ, ਕਹਿੰਦੇ ਅਕਾਲ ਪੁਰਖ ਤੂੰ ਜੀਵ ਦੇ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ, ਮੈਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਹੈ। ਮੈਨੂੰ ਆਪਣੇ ਦਰ ਤੋਂ ਇੱਕ ਪਰਮੇਸ਼ਰ ਦੇ ਆਪ ਦੇ ਨਾਮ ਦੀ ਬੰਦਗੀ ਦਾ ਖੈਰ ਪਾ ਦਿਓ ਬਸ। ਪਰਮੇਸ਼ਰ ਦੇ ਪਿਆਰੇ ਹਮੇਸ਼ਾ ਰੱਬ ਦੇ ਕੋਲੋਂ ਕੁਛ ਨਹੀਂ ਮੰਗਦੇ, ਜੇ ਮੰਗਦੇ ਨੇ ਇੱਕੋ ਹੀ ਮੰਗਦੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਬਸ। ਹੋਰ ਕੋਈ ਮੰਗ ਨਹੀਂ ਮੰਗਦੇ ਉਹਦੇ ਕੋਲੋਂ। ਆਪਾਂ ਵੀ ਸਾਰੇ ਪਰਮੇਸ਼ਰ ਦੇ ਕੋਲੋਂ ਮੰਗਣਾ ਹਰ ਮੰਗਣਾ ਨੇਕਾ ਹਰ ਜਸ ਗੁਰ ਤੇ ਮੰਗਣਾ। ਜੇ ਆਪਾਂ ਕੋਈ ਮੰਗਣੀ ਹੈ, ਸਭ ਤੋਂ ਚੰਗੀ ਮੰਗ ਇਹੀ ਹੈ ਜਿਹੜਾ ਆਪਾਂ ਨੇ ਪਰਮੇਸ਼ਰ ਦੇ ਭਾਵ ਕੇ ਨਾਮ ਦੀ ਮੰਗਣੀ ਹੈ। ਰੱਬ ਦੇ ਪਿਆਰੇ ਵੀ ਰੱਬ ਦੇ ਕੋਲੋਂ ਕੁਛ ਨਹੀਂ ਮੰਗਦੇ, ਇੱਕੋ ਹੀ ਮੰਗਦੇ, ਸੱਚੇ ਪਾਤਸ਼ਾਹ ਜੀ ਸਾਨੂੰ ਆਪਣਾ ਨਾਮ ਦੇ ਦਿਓ। ਇਸ ਕਰਕੇ ਆਪਾਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਮਹਾਂਪੁਰਖਾਂ ਦੀ ਬਰਸ਼ੀ ਤੋਂ ਇਹ ਮੰਗਣੀ ਹੈ ਕਿ ਸਾਨੂੰ ਵੀ ਆਪਣੇ ਨਾਮ ਨਾਲ ਜੋੜ ਲੈ ਪਰਮੇਸ਼ਰਾ। ਜੇ ਆਪਾਂ ਇਹ ਭਾਵਨਾ ਲੈ ਕੇ ਆਵਾਂਗੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਪਰਮੇਸ਼ਰ ਇੱਛਾ ਪੂਰਕ ਹੈ। ਆਪਣਾ ਮਨ ਬਣਾਓ, ਆਪਣੇ ਮਨ ਦੀ ਭਾਵਨਾ ਬਣਾਓ। ਇਹ ਹੋ ਸਕਦਾ ਹੀ ਨਹੀਂ ਵੀ ਆਪਣੀ ਭਾਵਨਾ ਪੂਰੀ ਨਾ ਹੋਵੇ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਖਾਲੀ ਤਾਂ ਕੋਈ ਜਾਂਦੇ ਹੀ ਨਹੀਂ। ਗੁਰੂ ਮਹਾਰਾਜ ਕਹਿੰਦੇ ਜਿਹੜਾ ਕੋਈ ਪਰਮੇਸ਼ਰ ਦੇ ਦਰ ਤੇ ਭਾਵਨਾ ਕਰਕੇ, ਸ਼ਰਧਾ ਕਰਕੇ ਮੰਗਤਾ ਬਣ ਕੇ ਆ ਜਾਵੇ, ਆਪਣੀ ਮੰਗ ਪੂਰੀ ਕਰਕੇ ਲੈ ਕੇ ਜਾਊਗਾ। ਇਸ ਕਰਕੇ ਆਪਾਂ ਵੀ ਸਾਰੇ ਗੁਰੂ ਦੇ ਕੋਲੋਂ ਮੰਗੀਏ ਗੁਰਾਂ ਦੇ ਕੋਲੋਂ ਸਾਰੇ, ਨਾਮ ਵਾਲੀ ਮੰਗੀਏ ਗੁਰਾਂ ਦੇ ਕੋਲੋਂ ਸਾਰੇ,
ਨਾਮ ਵਾਲੀ ਮੰਗ ਮੰਗੀਏ। ਮੰਗ ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਵਾਲੀ ਮੰਗ ਮੰਗੀਏ। ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਨਾਮ ਵਾਲੀ ਮੰਗ। ਨਾਮ ਵਾਲੀ ਜੀ ਮੰਗ ਮੰਗੀਏ। ਨਾਮ ਵਾਲੀ ਜੀ ਮੰਗ ਮੰਗੀਏ। ਨਾਮ ਵਾਲੀ ਜੀ ਮੰਗ ਮੰਗੀਏ। ਗੁਰਾਂ ਤੋਂ ਨਾਮ ਵਾਲੀ ਜੀ ਮੰਗ ਮੰਗੀਏ। ਗੁਰਾਂ ਤੋਂ ਨਾਮ ਵਾਲੀ ਜੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਨਾਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਅੰਮ ਵਾਲੀ ਮੰਗ ਮੰਗੀਏ। ਮੰਗੀਏ ਗੁਰਾਂ ਦੇ ਕੋਲੋਂ ਸਾਰੇ। ਵਾਲੀ ਮੰਗ ਮੰਗੀਏ। ਇਸ ਕਰਕੇ ਪਰਮੇਸ਼ਰ ਦੇ ਕੋਲੋਂ ਆਪਾਂ ਸਾਰਿਆਂ ਨੇ ਇੱਕੋ ਹੀ ਮੰਗ ਮੰਗਣੀ ਹੈ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਰਾਜੇ ਦੇ ਕੋਲ ਮੰਗ ਮੰਗਣੀ ਕਹਿੰਦੇ ਤਾਂ ਉਹਦੇ ਕੋਲ ਹੀਰੇ ਜਵਾਹਰਾਂ ਦੀ ਮੰਗ ਮੰਗੋ। ਆਪਾਂ ਮੰਗ ਮੰਗਦੇ ਚੰਗੇ ਲੱਗੀਏ ਤੇ ਉਹ ਦਾਨ ਕਰਦਾ ਚੰਗਾ ਲੱਗੇ। ਇਹ ਨਹੀਂ ਜਾ ਕੇ ਰਾਜੇ ਦੇ ਕੋਲ ਤੂੜੀ ਦੀ ਪੰਡ ਮੰਗ ਲਈਏ। ਆਪਾਂ ਮੰਗਦੇ ਵੀ ਆਪਾਂ ਨੂੰ ਸ਼ਰਮ ਆਵੇ ਤੇ ਉਹਨੂੰ ਦਿੰਦਿਆਂ ਵੀ ਸ਼ਰਮ ਆਵੇ। ਇਸ ਤਰ੍ਹਾਂ ਰੱਬ ਦੇ ਗੁਰੂ ਕੋਲ ਸਭ ਤੋਂ ਵੱਡੀ ਚੀਜ਼ ਅਹਿਮ ਚੀਜ਼ ਹੈ ਨਾਮ ਤੇ ਸਿੱਖੀ। ਜੀ ਇਹ ਮੰਗ ਮੰਗ ਲਈ ਆਪਾਂ ਨੇ ਤਾਂ ਮੰਨੋ ਕਿ ਆਪਾਂ ਲੋਕ ਪ੍ਰਲੋਕ ਦੇ ਧਨੀ ਹੋ ਜਾਾਂਗੇ। ਸਭ ਤੋਂ ਵੱਡੀ ਮੰਗ ਪਰਮੇਸ਼ਰ ਦੇ ਕੋਲ ਇਹੀ ਬਾਬਾ ਫਰੀਦ ਜੀਆਂ ਨੇ ਆਪਾਂ ਨੂੰ ਸਮਝਾਉਣਾ ਕੀਤਾ। ਤੇਰੀ ਪਨੇ ਖੁਦਾਏ ਤੂੰ ਬਖਸ਼ਾਂਦਗੀ ਸੇਖ ਫਰੀਦਾ ਖੈਰ ਦੀਜੈ ਬੰਦਗੀ। ਪਰਮੇਸ਼ਰ ਬਖਸ਼ਾ ਕਰਨ ਵਾਲਾ ਹੈ, ਗਾਹ ਮੰਗਣੀ ਆਪਾਂ ਨੇ ਭਾਈ।
ਜਿਹੜੀ ਮੰਗ ਮੰਗੋਗੇ ਪਰਮੇਸ਼ਰ ਦੇ ਕੋਲੋਂ ਉਹੀ ਮਿਲ ਜਾਣੀ। ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਪਾਤਸ਼ਾਹ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ। ਆਪਣੇ ਦਰੋਂ ਘਰੋਂ ਨਾਮਦਾਨ ਸਿੱਖੀ ਭਰੋਸਾ ਦਾਨ ਬਖਸ਼ਿਸ਼ ਕਰੇ। ਰਲ ਮਿਲ ਕੇ ਭੋਗ ਦਾ ਸਲੋਕ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ ਸਲੋਕ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਏ ਦਾਈ ਦਾਇਆ, ਖੇਲਾ ਸਗਲ ਜਾਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰਾ। ਧਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਚੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਚੇਤੀ ਛੁੱਟੀ ਨਾਲ। ਬੋਲੋ ਜਿਨੀ ਨਾਮ ਧਿਆਇਆ, ਗਏ ਮਸ਼ਕਤ ਕਾਲ। ਨਾਨਕ ਤੇ ਮੁਖ ਉਜਲੇ, ਚੇਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।